ਸਤਿ ਸ਼੍ਰੀ ਅਕਾਲ। ਫਟਾਫਟ 100 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਮੀਤ ਕੌਰ। ਦੇਸ਼ ਦੁਨੀਆ ਦੇ ਵਿੱਚ ਅੱਜ ਕੀ ਕੁਝ ਰਿਹਾ ਖਾਸ ਮਨੋਰੰਜਨ ਖੇਡ ਜਗਤ ਤੇ ਕਰਾਂਗੇ ਵਪਾਰ ਦੀ ਗੱਲ। ਸਭ ਤੋਂ ਪਹਿਲਾਂ ਨਜ਼ਰ ਪਾ ਲੈਂਦੇ ਹਾਂ ਸੂਬਾਈ ਖਬਰਾਂ ਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਪੜਤਾਲ ਦੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਦੋਸ਼ੀਆਂ ਨੂੰ ਤਲਬ ਕੀਤਾ ਗਿਆ। ਜਿੱਥੇ ਪੰਜ ਸਿੰਘ ਸਾਹਿਬਾਨਾਂ ਦੇ ਵੱਲੋਂ ਸਾਲ 2016 ਵਾਲੀ ਅੰਤਰਿਮ ਕਮੇਟੀ ਅਤੇ ਮੌਜੂਦਾ ਅੰਤਰਿਮ ਕਮੇਟੀ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ। ਸੁੱਚਾ ਸਿੰਘ ਲੰਗਾਹ ਨੂੰ ਸਮਰਥਨ ਦੇਣ ਦੇ ਮਾਮਲੇ ਦੇ ਵਿੱਚ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜਫਰਵਾਲ ਅਤੇ ਪ੍ਰੋਫੈਸਰ ਸਰਚਾਂਦ ਸਿੰਘ ਨੂੰ ਵੀ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ। ਸਾਲ 2016 ਦੀ ਅੰਤਰਿਮ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਇੱਕ ਸਹਿਜ ਪਾਠ ਖੁਦ ਕਰਨ ਅਤੇ ਪਾਠੀ ਸਿੰਘ ਪਾਸੋਂ ਸਵਰਨ ਕਰਨ ਅਤੇ ਆਪਣੇ ਨਿੱਜੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਅਤੇ 1 ਸਾਲ ਤੱਕ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਵੀ ਅਹੁਦਾ ਨਾ ਲੈਣ ਦੀ ਸਜ਼ਾ ਸ਼ਾਮਲ ਹੈ। ਉੱਥੇ ਹੀ ਇੱਕ ਸਹਿਜ ਪਾਠ ਖੁਦ ਕਰਨ ਜਾਂ ਫਿਰ ਸਰਵਣ ਕਰਨ ਤੋਂ ਇਲਾਵਾ ਨਜ਼ਦੀਕੀ ਗੁਰਦੁਆਰਾ ਸਾਹਿਬ ਵਿਖੇ ਬਰਤਨ ਸਾਫ਼ ਕਰਨ ਅਤੇ ਕੀਰਤਨ ਸਰਵਣ ਕਰਨ ਤੇ 1100 ਰੁਪਏ ਦੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣ ਅਤੇ ਇੰਨੀ ਹੀ ਮਾਇਆ ਗੋਲਕ ਦੇ ਵਿੱਚ ਪਾਉਣ ਦੀ ਸਜ਼ਾ ਵੀ ਸੁਣਾਈ ਗਈ। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਪ੍ਰਸ਼ਤਾ ਵਜੋਂ ਸ਼੍ਰੀ ਰਾਮਸਰ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਕਰਵਾਵੇਗੀ। ਇਸ ਦੇ ਨਾਲ ਹੀ ਸਾਰੇ ਮੈਂਬਰਾਂ ਨੂੰ ਸਾਰਾ ਗੜੀ ਸਰਾਂ ਤੋਂ ਲੈ ਕੇ ਘੰਟਾਘਰ ਚੌਂਕ ਤੱਕ ਝਾੜੂ ਦੀ ਸੇਵਾ ਵੀ ਕਰਨੀ ਹੋਵੇਗੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦਾ ਐਲਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਦਨ ਦੇ ਵਿੱਚ ਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਉਹ ਕਿਸਾਨਾਂ ਨਾਲ ਕਦੇ ਵੀ ਬੇਇਨਸਾਫੀ ਨਹੀਂ ਹੋਣ ਦੇਵੇਗੀ। ਖੇਤੀਬਾੜੀ ਆਰਡੀਨੈਂਸ ਅਤੇ ਅਸਤੀਫੇ ਦੇ ਐਲਾਨ ਤੇ ਕਾਂਗਰਸੀ ਸਾਂਸਦ ਜਸਬੀਰ ਸਿੰਘ ਡਿੰਪਾ ਅਤੇ ਹੋਰ ਸਾਂਸਦਾਂ ਨੇ ਸੁਖਬੀਰ ਬਾਦਲ ਦੇ ਵਿਰੋਧ ਕਰਨ ਦੀ ਤਾਰੀਫ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਹਿੱਸਾ ਹੋਣ ਦੇ ਬਾਵਜੂਦ ਉਹ ਕਿਸਾਨਾਂ ਦੇ ਨਾਲ ਖੜੇ ਹਨ। ਸੁਖਬੀਰ ਬਾਦਲ ਸਮੇਤ ਅਕਾਲੀ ਭਾਜਪਾ ਆਗੂਆਂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ। ਨਾਲ ਹੀ ਕੈਪਟਨ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਗਿਆ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਕਿਸਾਨਾਂ ਦੇ ਵਿਰੋਧੀ ਆਰਡੀਨੈਂਸਾਂ ਨੂੰ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਜ਼ਾਹਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹੱਕਾਂ ਦੇ ਲਈ ਲੜਿਆ ਹੈ ਅਤੇ ਭਵਿੱਖ ਦੇ ਵਿੱਚ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੜੇਗਾ ਅਤੇ ਇਸ ਮੌਕੇ ਉਨ੍ਹਾਂ ਕਾਂਗਰਸ ਉੱਤੇ ਵੀ ਜੰਮ ਕੇ ਨਿਸ਼ਾਨੇ ਸਾਧੇ। ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਅਤੇ ਖੇਤੀ ਆਰਡੀਨੈਂਸ ਨੂੰ ਲੈ ਕੇ ਨਾਭਾ ਦੇ ਵਿੱਚ ਕਿਸਾਨਾਂ ਨੇ ਖੇਤੀ ਔਜ਼ਾਰਾਂ ਨੂੰ ਮੋਢਿਆਂ ਤੇ ਰੱਖ ਕੇ ਪ੍ਰਦਰਸ਼ਨ ਕੀਤਾ। ਉੱਥੇ ਉਨ੍ਹਾਂ ਅਕਾਲੀ ਦਲ ਦੀ ਪ੍ਰਸ਼ੰਸਾ ਕੀਤੀ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਹਰਸਿਮਰਤ ਕੌਰ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਸਖਤ ਰੋਸ ਜਤਾਇਆ ਅਤੇ ਨਾਲ ਹੀ ਖੇਤੀ ਆਰਡੀਨੈਂਸ ਦੀ ਵੀ ਸਖਤ ਖਿਲਾਫਤ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਉਦਘਾਟਨ ਕੀਤਾ। ਕਰੋਨਾ ਕਾਲ ਦੇ ਵਿੱਚ ਵਰਚੁਅਲ ਤਰੀਕੇ ਦੇ ਨਾਲ ਇਸ ਦਾ ਉਦਘਾਟਨ ਕੀਤਾ ਗਿਆ। ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਿਸਾਨ ਮੇਲੇ ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ। ਦੱਸਦੀ ਹੈ ਕਿ 2 ਦਿਨਾਂ ਇਸ ਕਿਸਾਨ ਮੇਲੇ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੁੰਦੇ ਨੇ। ਸੈਲਾਨੀਆਂ ਦੇ ਲਈ ਇੱਕ ਵਾਰ ਫਿਰ ਤੋਂ ਹਿਮਾਚਲ ਪ੍ਰਦੇਸ਼ ਦੇ ਬਾਰਡਰ ਖੋਲ੍ਹ ਦਿੱਤੇ ਗਏ ਨੇ। ਪੰਜਾਬ ਦੇ ਨਾਲ ਲੱਗਦੇ ਬਾਰਡਰ 6 ਮਹੀਨੇ ਤੋਂ ਬੰਦ ਸਨ। ਹੁਣ ਬਿਨਾਂ ਪੰਜੀਕਰਨ ਦੇ ਆ ਜਾ ਸਕਣਗੇ ਲੋਕ ਅਤੇ ਹੋਟਲਾਂ ਦੀ ਸੁਵਿਧਾ ਵੀ ਇੱਥੇ ਉਪਲਬਧ ਕਰਵਾਈ ਜਾਵੇਗੀ। ਬਾਹਰੋਂ ਆਉਣ ਜਾਣ ਵਾਲਿਆਂ ਨੂੰ ਹੁਣ ਕੁਆਰੰਟਾਈਨ ਨਹੀਂ ਕੀਤਾ ਜਾਵੇਗਾ। ਬੈਰੀਅਰਾਂ ਦੇ ਉੱਤੇ ਵੀ ਜਿਹੜੀ ਜਾਂਚ ਉਹ ਨਹੀਂ ਕੀਤੀ ਜਾਵੇਗੀ। ਰਾਜ ਸਰਕਾਰ ਦੇ ਫੈਸਲਿਆਂ ਨਾਲ ਕਾਰੋਬਾਰੀਆਂ ਨੂੰ ਕਾਫੀ ਰਾਹਤ ਮਿਲੇਗੀ। ਪੰਜਾਬ ਦਾ 50% ਕਾਰੋਬਾਰ ਹਿਮਾਚਲ ਦੇ ਨਾਲ ਸੰਬੰਧਿਤ ਹੈ। ਖਬਰ ਨੰਗਲ ਤੋਂ ਜਿੱਥੋਂ ਦੇ ਪਿੰਡ ਨਿੱਕੂ ਦੇ ਵਿੱਚ ਗੋਲੀ ਚੱਲ ਗਈ ਹੈ ਤੇ 2 ਬਾਈਕ ਸਵਾਰਾਂ ਨੇ ਇੱਕ ਸ਼ਖਸ ਦੇ ਉੱਤੇ 3 ਫਾਇਰ ਕੀਤੇ ਨੇ। ਵਾਰਦਾਤ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਪੀਜੀਆਈ ਦੇ ਵਿੱਚ ਰੈਫਰ ਕੀਤਾ ਗਿਆ। ਇਹ ਸਾਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਗੋਲੀ ਚੱਲਣ ਦੇ ਨਾਲ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ। ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਤੇ ਪੂਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੈ। ਪੰਜਾਬੀ ਕੁਝ ਵੱਖਰਾ ਕਰਨ ਦਾ ਜਜ਼ਬਾ ਰੱਖਦੇ ਨੇ ਮਲੇਰਕੋਟਲਾ ਦੇ ਨਜ਼ਦੀਕੀ ਚੀਮਾ ਪਿੰਡ ਦੇ ਨੌਜਵਾਨ ਜਗਜੀਤ ਸਿੰਘ ਨੇ ਸ਼੍ਰੀ ਹਜ਼ੂਰ ਸਾਹਿਬ ਦੀ 3300 ਕਿਲੋਮੀਟਰ ਦੀ ਯਾਤਰਾ ਆਰੰਭ ਕੀਤੀ ਹੈ। ਇਹ ਯਾਤਰਾ ਉਹ ਦੌੜ ਲਗਾ ਕੇ ਪੂਰੀ ਕਰੇਗਾ ਤੇ ਜ਼ਿਕਰਯੋਗ ਹੈ ਕਿ
ਉਕਤ ਨੌਜਵਾਨ 2017 ਤੋਂ ਹੁਣ ਤੱਕ ਅਲੱਗ-ਅਲੱਗ ਧਾਰਮਿਕ ਸਥਾਨਾਂ ਦੀ ਯਾਤਰਾ ਦੌੜ ਲਗਾ ਕੇ ਕਰਦਾ ਆ ਰਿਹਾ। ਜਗਜੀਤ ਸਿੰਘ ਨੇ ਦੱਸਿਆ ਹੈ ਕਿ ਹਜ਼ੂਰ ਸਾਹਿਬ ਦੀ ਇਹ ਯਾਤਰਾ ਉਸ ਦੀ ਆਖਰੀ ਯਾਤਰਾ ਹੈ ਤੇ ਉਸ ਤੋਂ ਬਾਅਦ ਉਹ ਅਕੈਡਮੀ ਖੋਲ੍ਹ ਕੇ ਗਰੀਬ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਦੇ ਲਈ ਪ੍ਰੇਰਿਤ ਕਰੇਗਾ ਅਤੇ ਮੁਫਤ ਦੇ ਵਿੱਚ ਤਿਆਰੀ ਕਰਵਾਵੇਗਾ। ਜਗਜੀਤ ਸਿੰਘ ਨੇ ਕਿਹਾ ਹੈ ਕਿ ਉਹ ਆਪਣੇ ਸਫ਼ਰ ਦੌਰਾਨ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਲੋਕਾਂ ਨਾਲ ਜੁੜਿਆ ਰਹੇਗਾ। ਮੁਹਾਲੀ ਦੇ ਨੇੜਲੇ ਮਟੌਰ ਪਿੰਡ ਦੇ ਲੋਕਾਂ ਦੇ ਵੱਲੋਂ ਨਗਰ ਨਿਗਮ ਤੇ ਪਸ਼ੂ ਮਾਲਕਾਂ ਦੇ ਖਿਲਾਫ ਧਰਨਾ ਦਿੱਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂਆਂ ਦੇ ਨਾਲ ਦੁਧਾਰੂ ਪਸ਼ੂ ਵੀ ਪਰੇਸ਼ਾਨ ਕਰਦੇ ਨੇ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਪਸ਼ੂ ਮਾਲਕਾਂ ਦੇ ਨਾਲ ਲੜਾਈ ਦਾ ਮਾਹੌਲ ਵੀ ਬਣ ਜਾਂਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਪਸ਼ੂਆਂ ਨੂੰ ਫੜ ਕੇ ਨਗਰ ਨਿਗਮ ਨੂੰ ਸੌਂਪਦੇ ਹਨ, ਪਰ ਨਗਰ ਨਿਗਮ ਕੋਈ ਕਾਰਵਾਈ ਨਹੀਂ ਕਰਦੀ। ਬੀਤੀ ਰਾਤ ਵੀ ਲੋਕਾਂ ਨੇ ਦਰਜਨ ਦੇ ਕਰੀਬ ਇਹਨਾਂ ਗਾਵਾਂ ਨੂੰ ਫੜ ਕੇ ਡੰਪਿੰਗ ਗਰਾਊਂਡ ਦੇ ਵਿੱਚ ਬੰਦ ਕੀਤਾ ਅਤੇ ਨਗਰ ਨਿਗਮ ਦੀ ਟੀਮ ਨੂੰ ਸੌਂਪ ਦਿੱਤਾ। ਨਗਰ ਨਿਗਮ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਛਵਾੜਾ ਪੁਲਿਸ ਨੇ ਇੱਕ ਬਾਈਕ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਹੋਇਆਂ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। गिरफ्तार किए गए दोवें दोषी नशे के आदी दसे जा रहे हैं ते चोरी दियां 2 बाइक्स भी इन्हां कोलों बरामद कीतियां गईयां ने। पुलिस ने इन्हां दे खिलाफ कार्रवाई शुरू कर दी है। ਪੱਟੀ ਖੇਤਰ ਦੇ ਵਿੱਚ ਲੁੱਟਾਂ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਲੁਟੇਰਿਆਂ ਨੇ ਇੱਥੇ 2 ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ 2 ਲੋਕਾਂ ਨੂੰ ਜ਼ਖਮੀ ਕਰਕੇ 1,66,000 ਰੁਪਏ ਤੋਂ ਵੱਧ ਦੀ ਨਕਦੀ ਲੁੱਟੀ ਹੈ। ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਲੁਟੇਰਿਆਂ ਦੇ ਵੱਲੋਂ ਇਹਨਾਂ ਵਾਰਦਾਤਾਂ ਨੂੰ ਦਿਨ ਵੇਲੇ ਹੀ ਅੰਜਾਮ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੇ ਘਰ ਘਰ ਰੋਜ਼ਗਾਰ ਮਿਸ਼ਨ ਦੇ ਤਹਿਤ ਹੁਸ਼ਿਆਰਪੁਰ ਦੇ ਵਿੱਚ ਰੋਜ਼ਗਾਰ ਮੇਲਾ ਲਗਾਇਆ, ਜਿਸ ਦੇ ਵਿੱਚ 193 ਦੇ ਕਰੀਬ ਨੌਜਵਾਨਾਂ ਨੂੰ ਮੈਡੀਕਲ ਅਤੇ ਪੈਰਾ ਮੈਡੀਕਲ ਦੇ ਖੇਤਰ ਵਿੱਚ ਨੌਕਰੀ ਦਿਵਾਈ ਗਈ ਹੈ। ਇਹ ਮੇਲਾ ਸਥਾਨਕ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਵੱਲੋਂ ਲਗਾਇਆ ਗਿਆ, ਜਿਸ ਦੇ ਵਿੱਚ 300 ਤੋਂ ਵੱਧ ਉਮੀਦਵਾਰਾਂ ਦੇ ਵੱਲੋਂ ਹਿੱਸਾ ਲਿਆ ਗਿਆ ਤੇ ਇਸ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਵੱਲੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਗਏ। ਉਧਰ ਭਿੱਖੀਵਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੀ ਘਰ ਘਰ ਰੋਜ਼ਗਾਰ ਮਿਸ਼ਨ ਦੇ ਤਹਿਤ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿੱਥੇ ਕਿ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਪਹੁੰਚ ਕੇ ਇਸ ਮੇਲੇ ਦਾ ਲਾਹਾ ਲਿਆ। इस मौके कई नामी कंपनियां ने अपने स्टॉल लगाए हुए सन, जिन्हां दे विच नौकरी प्राप्त करने के लिए नौजवानों के वल्लों फार्म भरे गए। उधर तुरी तो विधायक दलवीर सिंह गोल्डी ने तुरी बस अड्डे नवीनीकरण की रस्मी शुरुआत की है। दलबीर सिंह गोल्डी ने कहा है कि बरसात के इन्हां दिनां दे विच जनता नूं काफ़ी दिक्कत आउंदी है ते इस तों निजात दिवाउण दे लई अड्डे दे उत्ते टाइलां लगाईआं जाणगीआं अते इमारत दा नवीनीकरण कीता जावेगा। उन्होंने कहा कि लोगों की सहूलत के लिए शहर के विच अलग-अलग थावां ते जनतक खाने भी बनाए जाएंगे। इस मौके उन्होंने लोगों का धन्यवाद किया। मोगा पुलिस के हथ 6 अजिहे अपराधी लगे ने जिहदे वड्डी कार्रवाई नूं अंजाम देण दी फिराक दे विच सन अते फड़े गए व्यक्तियों के कोलों 2 विदेशी पिस्टल, 6 जिंदा कारतूस, एक रिट्स कार अते एक पल्सर मोटरसाइकिल बरामद होया। उन्होंने अपराधियों के खिलाफ ਵੱਖ-ਵੱਖ थाणिਆਂ ਦੇ ਵਿੱਚ होर भी कई मामले दर्ज हैं। DSP बलजिंदर सिंह भुल्लर ने दस्सिया है कि कुछ दिन पहला मोगा के दाणा मंडी के विच दुकानदार ते होए फायरिंग के विच भी इन्हां लोकां दा हत्थ सी। पठानकोट के टैंक चौंक के कोल एक भयानक सड़क हादसा वापर गया। इत्थे एक तेज़ रफ्तार कार ने 3 लोकां नूं कुचल दिता ते इस तों इलावा इस हादसे दे विच कार भी बुरी तरह नाल नुकसानी गई। उधर पुलिस ने मौके पर पहुंच के जख्मियों को अस्पताल के पहुंचाया ते कार को अपने कब्जे के विच लैके जांच शुरू कर दी है। अपने ही बच्चे नूं बेदर्दी नाल कुੱਟਣ वाली मां नूं पुलिस ने गिरफ्तार कर लिया ते दस्सिए कि उसके वल्लों वड्डे खुलासे भी किए गए ने। दस्सिया जा रही है कि पता लग गया कि मां भी भजन की तैयारी विच सी, उसनूं गिरफ्तार कर लिया गया, जबकि पुलिस का कहना है कि बच्चे नूं कुੱਟਣ वाले दोषियों नूं किसी भी कीमत ते माफ नहीं किया जाएगा। एक नज़र पाउने राष्ट्रीय खबरों ते। प्रधानमंत्री नरेंद्र मोदी ने शुक्रवार को इतिहासक कोसी रेल महासेतु नूं राष्ट्र नूं समर्पित कर दिता। इस मौके के उत्ते बिहार के रेल यात्रियों की सहूलतां लई 12 रेल प्रोजेक्टां का शुभ आरंभ भी किया गया। वीडियो कॉन्फ्रेंसिंग के नाल आयोजित इस समारोह के विच बिहार के राज्यपाल और मुख्यमंत्री नीतीश कुमार तो इलावा वड्डी गिणती विच सियासी आगू पहुंचे हुए सन।
उन्हें कहा कि 1934 ਦੇ ਭੁਚਾਲ ਨੇ ਬਿਹਾਰ ਦੇ ਕੋਸੀ ਖੇਤਰ ਨੂੰ ਮਿਥਿਲਾਂਚਲ ਤੋਂ ਵੱਖ ਕਰ ਦਿੱਤਾ ਸੀ ਅਤੇ ਇਸ ਬਿਹਾਰ ਨੂੰ ਭੁਚਾਲ ਨੇ ਵੰਡ ਦਿੱਤਾ ਸੀ ਅਤੇ ਉਸ ਨੂੰ ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਦੇ ਨਾਲ ਫਿਰ ਤੋਂ ਜੋੜਿਆ ਜਾ ਰਿਹਾ ਹੈ। ਗੋਇਲ ਨੇ ਕਿਹਾ ਹੈ ਕਿ 2009 ਤੋਂ 2014 ਦਰਮਿਆਨ ਰੇਲਵੇ ਦੇ ਲਈ ਬਿਹਾਰ ਦਾ ਰੇਲਵੇ ਬਜਟ ਔਸਤਨ 1100 ਕਰੋੜ ਰੁਪਏ ਦਾ ਹੋਇਆ ਸੀ ਅਤੇ ਕੋਸ਼ੀ ਮਹਾਸੇਤੂ ਪ੍ਰੋਜੈਕਟ ਨੂੰ 2003-2004 ਦੇ ਵਿੱਚ ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ। ਹੋਮਿਓਪੈਥੀ ਕੇਂਦਰੀ ਪਰਿਸ਼ਦ ਸੋਧ ਬਿੱਲ 2020 ਰਾਜ ਸਭਾ ਦੇ ਵਿੱਚ ਪਾਸ ਹੋ ਗਿਆ। ਇਸ ਦੇ ਨਾਲ ਹੀ ਭਾਰਤੀ ਮੈਡੀਕਲ ਕੇਂਦਰੀ ਪਰਿਸ਼ਦ ਸੋਧ ਬਿੱਲ 2020 ਨੂੰ ਵੀ ਪਾਸ ਕਰ ਦਿੱਤਾ ਗਿਆ ਹੈ ਅਤੇ ਸੋਧਾਂ ਦੇ ਮਾਧਿਅਮ ਦੇ ਨਾਲ ਹੋਮਿਓਪੈਥੀ ਸਿੱਖਿਆ ਦੇ ਖੇਤਰ ਦੇ ਵਿੱਚ ਜ਼ਰੂਰੀ ਨਿਯਮ ਸੁਧਾਰ ਯਕੀਨੀ ਹੋਣਗੇ ਅਤੇ ਆਮ ਜਨਤਾ ਦੇ ਹਿੱਤਾਂ ਦੀ ਰੱਖਿਆ ਦੇ ਲਈ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਹੁਣ ਹੋਮਿਓਪੈਥੀ ਦੇ ਵਿਦਿਆਰਥੀਆਂ ਨੂੰ ਗੁਣਵੱਤਾ ਦੇ ਨਾਲ ਸਸਤੀ ਪੜ੍ਹਾਈ ਮੁਹੱਈਆ ਕਰਵਾਈ ਜਾ ਸਕੇਗੀ। ਰਾਜ ਸਭਾ ਦੇ ਵਿੱਚ ਸ਼ੁੱਕਰਵਾਰ ਨੂੰ ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਦੇ ਵੱਲੋਂ ਸਰਕਾਰ ਤੋਂ ਸਵਾਲ ਕੀਤਾ ਗਿਆ ਕਿ ਹੋਮਿਓਪੈਥੀ ਕੇਂਦਰੀ ਪਰਿਸ਼ਦ ਦੇ ਗਠਨ ਦੇ ਵਿੱਚ 3 ਸਾਲ ਕਿਉਂ ਲੱਗ ਰਹੇ ਅਤੇ ਕਾਂਗਰਸ ਮੈਂਬਰ ਰਿਪਨ ਬੋਰਾ ਨੇ ਕਿਹਾ ਕਿ ਹੋਮਿਓਪੈਥੀ ਕੇਂਦਰੀ ਪਰਿਸ਼ਦ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ ਉਸ ਦੇ ਸਥਾਨ ਦੇ ਵਿੱਚ ਸੰਚਾਲਕ ਮੰਡਲ ਦੀ ਸਥਾਪਨਾ ਕੀਤੀ ਗਈ ਸੀ। ਦੇਸ਼ ਦੇ ਵਿੱਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਦੇ ਵਿੱਚ ਵੀਰਵਾਰ ਨੂੰ ਹੋਏ ਵੱਡੇ ਇਜ਼ਾਫੇ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਫਿਰ ਤੋਂ 96,424 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਨਾਲ ਪੀੜਤਾਂ ਦੀ ਸੰਖਿਆ 52 ਲੱਖ ਤੋਂ ਪਾਰ ਹੋ ਗਈ ਹੈ। ਜਦੋਂ ਕਿ ਰਾਹਤ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਰਿਕਾਰਡ 87,472 ਲੋਕਾਂ ਦਾ ਸਿਹਤਯਾਬ ਹੋਣ ਦੇ ਨਾਲ ਇਸ ਦੇ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 41 ਲੱਖ ਤੋਂ ਵੱਧ ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਦੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜੇ ਦੇ ਮੁਤਾਬਕ ਦੇਸ਼ ਦੇ ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਦੇ 86,424 ਨਵੇਂ ਮਾਮਲਿਆਂ ਦੇ ਨਾਲ ਇਹਨਾਂ ਪੀੜਤਾਂ ਇਸ ਤੋਂ ਪਹਿਲਾਂ ਹੁਣ ਤੱਕ ਸਭ ਤੋਂ ਵੱਧ 97,894 ਨਵੇਂ ਕੇਸ ਸਾਹਮਣੇ ਆਏ ਸਨ, ਜਦਕਿ ਇਸ ਤੋਂ 2 ਦਿਨ ਪਹਿਲਾਂ ਨਵੇਂ ਮਾਮਲਿਆਂ ਦੀ ਕਮੀ ਆਈ ਸੀ ਅਤੇ ਇਸ ਮਿਆਦ ਦੇ ਵਿੱਚ ਰਿਕਾਰਡ 87,000 ਤੋਂ ਵੱਧ ਮਰੀਜ਼ ਸਿਹਤਯਾਬ ਹੋਏ ਨੇ। ਰੁਕ ਕਰ ਲੈਂਦੇ ਹਾਂ ਅੰਤਰਰਾਸ਼ਟਰੀ ਖਬਰਾਂ ਦੀ ਵੱਲ। ਨਿਊਜ਼ੀਲੈਂਡ ਦੇ ਵਿੱਚ ਬੀਤੇ 5 ਹਫ਼ਤਿਆਂ ਦੇ ਵਿੱਚ ਪਹਿਲੀ ਵਾਰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਸ ਦੇ ਨਾਲ ਆਸ ਬਣੀ ਹੋਈ ਹੈ ਕਿ ਆਕਲੈਂਡ ਦੇ ਵਿੱਚ ਪਿਛਲੇ ਮਹੀਨੇ ਸ਼ੁਰੂ ਹੋਈ ਮਹਾਮਾਰੀ ਕੰਟਰੋਲ ਦੇ ਵਿੱਚ ਆ ਰਹੀ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਲਗਾਤਾਰ ਚੌਥਾ ਦਿਨ ਅਜਿਹਾ ਜਦੋਂ ਭਾਈਚਾਰਕ ਪੱਧਰ ਤੇ ਇਨਫੈਕਸ਼ਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਹਾਲ ਹੀ ਦੇ ਵਿੱਚ ਜਿਹੜੇ ਮਾਮਲੇ ਸਾਹਮਣੇ ਆਏ ਨੇ ਉਹ ਲੋਕ ਵਿਦੇਸ਼ ਤੋਂ ਆਏ ਨੇ ਅਤੇ ਉਹਨਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ। ਭਾਵੇਂ ਕਿ ਅਧਿਕਾਰੀਆਂ ਨੇ ਅਗਸਤ ਦੇ ਵਿੱਚ ਸਾਹਮਣੇ ਆਈ ਮਹਾਮਾਰੀ ਦੇ ਸਰੋਤ ਦੀ ਜਾਣਕਾਰੀ ਨਹੀਂ ਦਿੱਤੀ ਹੈ। ਗੌਰਤਲਬ ਹੈ ਕਿ ਆਕਲੈਂਡ ਦੇ ਵਿੱਚ ਅਸਥਾਈ ਰੂਪ ਦੇ ਨਾਲ ਲਾਕਡਾਊਨ ਲਗਾਏ ਜਾਣ ਤੇ ਚੱਲਦਿਆਂ ਹੋਇਆਂ ਨਿਊਜ਼ੀਲੈਂਡ ਵਾਇਰਸ ਦੇ ਭਾਈਚਾਰਕ ਪੱਧਰ ਨੂੰ ਖਤਮ ਕਰਨ ਦੇ ਵਿੱਚ ਰਣਨੀਤੀ ਦੇ ਉੱਤੇ ਕੰਮ ਕਰ ਰਿਹਾ ਹੈ। ਨਿਊਜ਼ੀਲੈਂਡ ਦੇ ਵਿੱਚ ਹੁਣ ਤੱਕ ਕੋਵਿਡ-19 ਦੇ ਸਿਰਫ 1800 ਮਰੀਜ਼ ਸਾਹਮਣੇ ਆਏ ਨੇ, ਜਿਨ੍ਹਾਂ ਦੇ ਵਿੱਚੋਂ 25 ਲੋਕਾਂ ਦੀ ਮੌਤ ਹੋਈ ਹੈ। WHO ਨੇ ਯੂਰਪ ਦੇ ਮਾਮਲਿਆਂ ਦੇ ਖੇਤਰੀ ਡਾਇਰੈਕਟਰ ਹੈਂਸ ਕਲੂਸ ਦੇ ਵੀਰਵਾਰ ਨੂੰ ਯੂਰਪ ਦੇ ਵਿੱਚ ਕੋਵਿਡ-19 ਦੇ ਵਾਧੇ ਦੇ ਉੱਤੇ ਚਿੰਤਾ ਜ਼ਾਹਿਰ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਆ ਰਹੇ ਹਫ਼ਤਾਵਾਰ ਮਾਮਲੇ ਮਹਾਮਾਰੀ ਦੇ ਮਾਰਚ ਦੇ ਵਿੱਚ ਸਿਖਰ ਦੇ ਉੱਤੇ ਰਹਿਣ ਦੌਰਾਨ ਰਿਪੋਰਟ ਕੀਤੇ ਗਏ ਮਾਮਲੇ ਤੋਂ ਵਧੇਰੇ ਹਨ, ਜਿਨ੍ਹਾਂ ਨੂੰ ਰਾਉਂਡ ਅਪ ਕਰਕੇ ਇੱਕ ਨਵਾਂ ਰੂਪ ਦੇਣਾ ਚਾਹੀਦਾ ਹੈ। ਕਲੂਸ ਨੇ ਇੱਕ ਬਰੀਫਿੰਗ ਦੇ ਵਿੱਚ ਕਿਹਾ ਹੈ ਕਿ ਸਾਡੇ ਸਾਹਮਣੇ ਬਹੁਤ ਗੰਭੀਰ ਹਾਲਾਤ ਹਨ ਅਤੇ ਹਫ਼ਤਾਵਾਰ ਮਾਮਲਿਆਂ ਦੇ ਵਿੱਚ ਉਹਨਾਂ ਲੋਕਾਂ ਤੋਂ ਵਧੇਰੇ ਹੋ ਗਏ ਨੇ ਜੋ ਮਾਰਚ ਦੇ ਵਿੱਚ ਮਹਾਮਾਰੀ ਪਹਿਲੇ ਯੂਰਪ ਦੇ ਵਿੱਚ ਸਿਖਰਾਂ ਤੇ ਪਹੁੰਚੀ ਹੋਈ ਸੀ। ਉਹਨਾਂ ਕਿਹਾ ਕਿ ਇਸ ਖੇਤਰ ਦਾ ਹਫ਼ਤਾਵਾਰ ਮਹਾਮਾਰੀ ਅੰਕੜਾ 3 ਲੱਖ ਤੋਂ ਵਧੇਰੇ ਸੀ ਅਤੇ ਪਿਛਲੇ 2 ਹਫ਼ਤਿਆਂ ਦੇ ਵਿੱਚ ਅੱਧ ਤੋਂ ਵਧੇਰੇ ਯੂਰਪੀ ਦੇਸ਼ਾਂ ਦੇ ਵਿੱਚ ਮਾਮਲਿਆਂ ਦੇ ਵਿੱਚ 10% ਤੋਂ ਵਧੇਰੇ ਦਾ ਵਾਧਾ ਹੋਇਆ। ਉਹਨਾਂ ਕਿਹਾ ਕਿ 7 ਦੇਸ਼ਾਂ ਦੇ ਵਿੱਚ ਨਵੇਂ ਮਾਮਲਿਆਂ ਦੇ ਵਿੱਚ ਕਿਸੇ ਮਿਆਦ ਦੇ ਵਿੱਚ 2 ਗੁਣਾ ਤੋਂ ਵਧੇਰੇ ਵਾਧਾ ਦੇਖਣ ਨੂੰ ਮਿਲਿਆ। ਕੋਰੋਨਾ ਮਹਾਮਾਰੀ ਦੇ ਨਾਲ ਹੋ ਰਹੀ ਭਾਰੀ ਤਬਾਹੀ ਦੇ ਵਿੱਚ ਚੀਨ ਤੋਂ ਆਈ ਖਬਰ ਨੇ ਪੂਰੀ ਦੁਨੀਆ ਨੂੰ ਇੱਕ ਵਾਰ ਫਿਰ ਡਰਾ ਕੇ ਰੱਖ ਦਿੱਤਾ ਹੈ। ਖਬਰਾਂ ਦੇ ਮੁਤਾਬਕ ਪਿਛਲੇ ਸਾਲ ਇੱਕ ਬਾਇਓ ਫਾਰਮਾਸਿਊਟੀਕਲ ਕੰਪਨੀ ਦੇ ਵਿੱਚ ਲੀਕ ਹੋਣ ਤੋਂ ਬਾਅਦ ਕਈ ਹਜ਼ਾਰਾਂ ਲੋਕ ਬਰੂਸੋਲਿਸਿਸ ਪੋਜ਼ਿਟਿਵ ਪਾਏ ਗਏ ਸਨ ਅਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਗਾਂਸੂ ਸੂਬੇ ਦੀ ਰਾਜਧਾਨੀ ਨਾਨਚੋ ਦੇ ਵਿੱਚ ਸਿਹਤ ਕਮਿਸ਼ਨ ਦੇ ਮੁਤਾਬਕ ਫਿਲਹਾਲ 3,245 ਲੋਕ ਬਰੂਸੋਲਿਸਿਸ ਦੇ ਨਾਲ। ਭਾਵੇਂ ਕਿ ਇਹ ਵਾਇਰਸ ਜ਼ਿਆਦਾ ਖਤਰਨਾਕ ਨਹੀਂ ਹੈ, ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਵਪਾਰ ਜਗਤ 'ਚ ਕਿਹੜੇ ਰਹੇ ਉਤਾਰ ਚੜ੍ਹਾਅ, ਕਿਸ ਨੂੰ ਹੋਇਆ ਨੁਕਸਾਨ, ਕੌਣ ਰਿਹਾ ਫਾਇਦੇ 'ਚ, ਜਾਣਦੇ ਹਾਂ ਬਿਜ਼ਨਸ ਨਿਊਜ਼ 'ਚ।
ਅਕਤੂਬਰ ਡਿਲੀਵਰੀ ਵਾਲਾ ਸੋਨਾ ਕੱਲ MCX ਦੇ 52,453 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਅਤੇ ਸ਼ੁੱਕਰਵਾਰ ਨੂੰ ਇਹ 106 ਰੁਪਏ ਦੀ ਤੇਜ਼ੀ ਦੇ ਨਾਲ 52,559 ਰੁਪਏ ਤੇ ਖੁੱਲਿਆ। ਸ਼ੁਰੂਆਤੀ ਕਾਰੋਬਾਰ ਦੇ ਵਿੱਚ ਇਹ 52,483 ਰੁਪਏ ਦੇ ਹੇਠਲੇ ਪੱਧਰ ਦੇ ਉੱਤੇ 52,644 ਰੁਪਏ ਦੇ ਸਿਖਰ ਤੇ ਪਹੁੰਚਿਆ। ਇਸ ਤਰ੍ਹਾਂ ਦਸੰਬਰ ਡਿਲੀਵਰੀ ਸੋਨੇ ਦੇ ਵਿੱਚ ਤੇਜ਼ੀ ਨਾਲ ਖੁੱਲਿਆ ਸੀ। ਬੁੱਧਵਾਰ ਨੂੰ ਇਹ 51,626 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ਤੇ ਬੰਦ ਹੋਇਆ ਸੀ ਅਤੇ ਅੱਜ ਫਿਰ 51,785 ਰੁਪਏ ਦੀ ਕੀਮਤ ਤੇ ਖੁੱਲਿਆ। ਅੰਤਰਰਾਸ਼ਟਰੀ ਬਾਜ਼ਾਰਾਂ ਦੇ ਕਮਜ਼ੋਰ ਸੰਕੇਤਾਂ ਦੇ ਵਿਚਾਲੇ ਦਿੱਲੀ ਸਰਾਫਾ ਬਾਜ਼ਾਰ ਨੇ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਦੇ ਵਿੱਚ 600 ਰੁਪਏ ਦੀ ਗਿਰਾਵਟ ਦਰਜ ਕੀਤੀ ਹੈ, ਜਦਕਿ ਸਰਾਫਾ ਬਾਜ਼ਾਰ ਦੇ ਵਿੱਚ ਚਾਂਦੀ ਵੀ 1,214 ਰੁਪਏ ਕਮਜ਼ੋਰ ਹੋ ਗਈ। ਕੋਰੋਨਾ ਕਾਲ ਦੇ ਵਿੱਚ ਚਾਹੇ ਕੋਈ ਵੀ ਕੰਮ ਹੋਵੇ, ਲੋਕ ਘੱਟ ਹੀ ਘਰ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ, ਪਰ ਬੈਂਕ ਜਾਣਾ ਹੋਵੇ ਤਾਂ ਲੋਕਾਂ ਨੂੰ ਬੈਂਕ ਪਹੁੰਚਣਾ ਹੀ ਪੈਂਦਾ, ਜਿਸ ਨੂੰ ਵੇਖਦੇ ਹੋਏ HDFC ਬੈਂਕ ਨੇ ਅਜਿਹੀ ਸੇਵਾ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਲੋਕ ਹੁਣ ਘਰ ਬੈਠੇ ਆਪਣਾ ਖਾਤਾ ਖੁਲਵਾ ਸਕਣਗੇ। बैंक ने वीडियो KYC सेवा पेश की है, यानी कि घर बैठ के ही बचत खाता खुलवाया जा सकता है। रिजर्व बैंक के दिशा निर्देशों मुताबिक वीडियो KYC की पूर्ण KYC करवाने के बराबर ही है। निजी खेतर के दिग्गज बैंक ने वीडियो KYC सेवा सारे कामकाज के दिनों के विच सवेरे 10 बजे तो शाम 6 बजे तक उपलब्ध होगी। 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਮੁੰਬਈ ਅਹਿਮਦਾਬਾਦ ਬੁਲਟ ਟ੍ਰੇਨ ਪ੍ਰੋਜੈਕਟ ਨੂੰ ਚਲਾਉਣ ਵਾਲੇ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਨੇ ਕਿਹਾ ਕਿ ਇਸ ਦੇ ਨਿਰਮਾਣ ਦੌਰਾਨ ਹੀ ਪ੍ਰਤੱਖ ਤੇ ਅਪ੍ਰਤੱਖ ਰਿਹਾ ਹੈ ਕਿ ਇਸ ਨੂੰ ਕੁੱਲ ਮਿਲਾ ਕੇ 90,000 ਤੋਂ ਜ਼ਿਆਦਾ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਕਾਰਪੋਰੇਸ਼ਨ ਦੇ ਬੁਲਾਰਾ सुषमा गौड़ ने कहा है कि निर्माण संबंधी काम के लिए 51,000 तो वध टैक्नीशियन हुनरमंद और घट हुनरमंद कामां की जरूरत होगी। कारपोरेशन अजिहे लोगों को ਵੱਖ-ਵੱਖ संबंधित कामां के लिए सिखलाई देगा। 30 ਸਤੰਬਰ 2020 ਤੋਂ ਭਾਰਤੀ ਰਿਜ਼ਰਵ ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਨਿਯਮ ਬਦਲਣ ਜਾ ਰਹੇ ਹੈ। ਜੇ ਤੁਸੀਂ ਡੈਬਿਟ ਅਤੇ ਕ੍ਰੈਡਿਟ ਕਾਰਡ ਵਰਤਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਜਾਣਨਾ ਕਾਫੀ ਮਹੱਤਵਪੂਰਨ ਹੈ। कोविड-19 महामारी के करके असाधारण स्थिति के मद्देनजर RBI ने नियम लागू करने के लिए कार्ड जारी करने वाले 30 सितंबर का समा दिता सी। पहला यह नियम 1 जनवरी तो लागू होने सन। एक नज़र बॉलीवुड गपशप दी वल। बॉलीवुड अदाकारा कंगना रनौत अदाकार सुशांत सिंह राजपूत के देहांत तो बाद लगातार सोशल मीडिया उत्ते सरगर्म हुई है। कंगना ने एक तो बाद एक अपने ट्वीट करके लोगों के ते चढ़ के निशाने साधे ने। ਹੁਣ ਇੱਕ ਹੋਰ ਟਵੀਟ ਚਰਚਾ ਦੇ ਵਿੱਚ ਆਇਆ। ਇਸ ਟਵੀਟ ਦੇ ਵਿੱਚ ਉਹਨਾਂ ਨੇ ਚੁਣੌਤੀ ਦਿੱਤੀ ਹੈ ਕਿ ਜੇਕਰ ਕੋਈ ਉਹਨਾਂ ਦੀ ਗਲਤੀ ਸਾਬਤ ਕਰ ਦੇਵੇਗਾ ਤਾਂ ਉਹ ਹਮੇਸ਼ਾ ਤੋਂ ਟਵਿੱਟਰ ਛੱਡ ਦੇਵੇਗੀ। कंगना रनौत ने ट्वीट करके लिखा है कि उसने कदे भी लड़ाई शुरू नहीं की है। जे कोई यह साबित कर देवे तो मैं ट्विटर छड्ड देवांगी। मैं कदे भी कोई भी लड़ाई नहीं की है, पर खत्म जरूर की है। अदाकार सुशांत सिंह राजपूत की मौत के मामले के विच NCB लगातार छापेमारी कर रही है। इस तहत NCB ने कार्रवाई करते हुए हिमाचल प्रदेश के ड्रग पैडलर राहेल विश्राम ने 1 किलो चरस समेत गिरफ्तार किया। NCB ने उसके कोलों 45 लाख रुपए की नकदी भी जब्त की है। इस अलावा नारकोटिक्स कंट्रोल ब्यूरो के जोनल डायरैक्टर ने दस्सिया है कि राहल का सुशांत सिंह राजपूत की मौत मामले के संबंधित बाकी पैडलर्स के नाल सीधा संपर्क है। प्रधानमंत्री नूं जन्मदिन ते शुभकामनावां देण दे विच भारती कप्तान विराट कोहली तो लैके विदेशी खिडारी ब्रेट ली तक शामिल रहे। प्रधानमंत्री ने विराट कोहली दीआं शुभकामनावां दे जवाब दे विच उन्हां नूं भी शुभकामनावां दित्तियां। जवाब देंदे हुए नरेंद्र मोदी ने लिखा है कि तुहानू शुभकामनावां लई धन्नवाद। मैं अनुष्का शर्मा अते तुहानू बधाई दिंदा हां अते जाणदा हां कि तुसीं दोवें चंगे माता पिता बनोगे। रुक करदे हां खेड दे मैदान दे वल। साबका जेतू मुंबई इंडियंस के कोच महिला जयवर्धने ने वीरवार नूं पुष्टि कर दी है कि टीम का कप्तान रोहित शर्मा ते क्विंटन डी कॉक ही IPL 13 दे विच ओपनिंग की जिम्मेवारी संभालणगे। महिला ने कहा है कि लीन की मौजूदगी नाल टीम नूं मजबूती मिलेगी, पर रोहित ते डी कोल की जोड़ी पिछले सैशन दे विच साडे लई शानदार प्रदर्शन कीता सी। विराट कोहली की अगवाई दे विच रॉयल चैलेंजर्स बेंगलुरु टीम UAE दे विच इंडियन प्रीमियर लीग खेडेगी। तां करोना योद्धियां दे सन्मान दे विच खिलाड़ियां दी जर्सी दे पिछे माई कोविड हीरोज़ लिखा होवेगा।
ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਯੂਏ ਦੇ ਵਿੱਚ ਵਰਚੁਅਲ ਕਾਨਫਰੰਸਾਂ ਦੇ ਵਿੱਚ ਇਸ ਜਰਸੀ ਨੂੰ ਲਾਂਚ ਕੀਤਾ ਹੈ ਤੇ ਵੀਰਵਾਰ ਨੂੰ ਉਹਨਾਂ ਕਿਹਾ ਹੈ ਕਿ ਪਹਿਲੀ ਵਾਰ ਇਸ ਟੀਮ ਦੇ ਰੂਪ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਸ਼ਾਨਦਾਰ ਮੁਹਿੰਮ ਦੇ ਨਾਲ ਜੁੜਾਂਗੇ। ਮਾਸਕੋ ਦੇ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਕਰਕੇ ਕ੍ਰੈਮਲਿਨ ਕੱਪ ਟੈਨਿਸ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ। ਪੁਰਸ਼ ਵਰਗ ਦੇ ਵਿੱਚ ਇਹ ਟੂਰਨਾਮੈਂਟ 19 ਅਕਤੂਬਰ ਤੋਂ ਅਤੇ ਬੀਬੀ ਵਰਗ ਦੇ ਵਿੱਚ ਇਸ ਦੇ ਇੱਕ ਹਫ਼ਤੇ ਬਾਅਦ ਸ਼ੁਰੂ ਹੋਣਾ ਸੀ। ATP ਅਤੇ WTA ਦੇ ਸੰਯੁਕਤ ਬਿਆਨ ਦੇ ਵਿੱਚ ਇਸ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ। ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਮਾਸਕੋ ਦੇ ਵਿੱਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਦੇ ਕਰਕੇ ਇਸ ਟੂਰਨਾਮੈਂਟ ਦਾ ਪ੍ਰਬੰਧ ਹੁਣ ਸੰਭਵ ਨਹੀਂ ਹੈ। ਮਾਸਕੋ ਸ਼ਹਿਰ ਪ੍ਰਸ਼ਾਸਨ ਨੇ ਵੀ ਇਸ ਦੀ ਮਨਜ਼ੂਰੀ ਨਹੀਂ ਦਿੱਤੀ। ਸਾਬਕਾ ਕ੍ਰਿਕਟਰ ਸਚਿਨ तेंदुलकर के खिलाफ कन्फेडरेशन ऑफ ऑल इंडिया ट्रेड्स ने मोर्चा खोल दिता है। कैंट ने कहा है कि जदों चीन और भारत के विचाले इस तरह का शीत युद्ध चल रहा है। ਅਜੇ ਦੇ ਵਿੱਚ ਸਚਿਨ ਦਾ ਕਿਸੇ ਵੀ ਵੱਡੇ ਚੀਨੀ ਨਿਵੇਸ਼ ਵਾਲੀ ਕੰਪਨੀ ਦਾ ਬ੍ਰਾਂਡ ਐਂਬੈਸਡਰ ਬਣਨਾ ਸਾਫ਼ ਤੌਰ ਤੇ ਉਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਨੂੰ ਦਰਸਾਉਂਦਾ ਹੈ। कैट ने कहा कि सचिन तेंदुलकर के इस फैसले नाल ना सिर्फ देश के व्यापारी सगों प्रशंसक भी बेहद नाराज ने। कैट ने यह भी कहा कि इस संबंधी सचिन तेंदुलकर को पत्र भेज के अपना फैसला बदलने की बेनती की। फटाफट 100 ਦੇ ਵਿੱਚ ਅੱਜ ਬਸ ਇੰਨਾ ਹੀ। ਮੈਨੂੰ ਦੇ ਇਜਾਜ਼ਤ। ਧੰਨਵਾਦ।